ਹਾਲੇਲੂਇਆ। ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਇਸ ਸੁੰਦਰ ਸਮੇਂ ਦੇ ਲਈ ਕਿ ਇੱਕ ਵਾਰ ਫਿਰ ਅਸੀਂ ਉਸ ਦੇ ਵਚਨ ਦੇ ਵਿੱਚੋਂ ਜੋ ਲਗਾਤਾਰ ਅਸੀਂ ਸਿੱਖਦੇ ਆਏ ਹਾਂ ਕਿ ਅਸੀਂ ਜੋ ਤਿੰਨ ਧਾਗੇ ਆ, ਜਦੋਂ ਉਪਦੇਸ਼ਕ ਉਹਦਾ 4:12 ਪੜ੍ਹਦੇ ਹਾਂ, ਪਰਮੇਸ਼ਰ ਕਹਿੰਦਾ 3 ਧਾਗਿਆਂ ਦੀ ਰੱਸੀ ਜਲਦੀ ਦੇ ਨਾਲ ਨਹੀਂ ਟੁੱਟਦੀ। ਹਾਲੇਲੂਇਆ। ਜਿਸ ਦੇ ਵਿੱਚੋਂ ਅਸੀਂ ਇੱਕ ਧਾਗਾ ਦੇਖਿਆ ਪ੍ਰਾਰਥਨਾ। ਪ੍ਰਾਰਥਨਾ ਜਿਹੜੀ ਸਾਡੀ ਇੱਕ ਪਾਵਰ ਹੈ, ਇੱਕ ਸ਼ਕਤੀ ਆ ਸਾਡੀ ਆਤਮਿਕ ਗਰੋਥ ਦੇ ਲਈ ਜਦੋਂ ਅਸੀਂ ਮਸੀਹ ਦੇ ਵਿੱਚ ਪੈਦਾ ਹੁੰਦੇ ਹਾਂ। ਜਿਹੜਾ ਦੂਸਰਾ ਧਾਗਾ ਜਿਹੜਾ ਅੱਜ ਅਸੀਂ ਦੇਖਾਂਗੇ, ਦੂਸਰਾ ਧਾਗਾ ਹੈਗਾ ਪਰਮੇਸ਼ਰ ਦਾ ਵਚਨ। ਹਾਲੇਲੂਇਆ। ਪਰਮੇਸ਼ਰ ਦਾ ਵਚਨ, ਵਰਡ ਆਫ ਗੋਡ, ਪਰਮੇਸ਼ਰ ਦੇ ਜਿਹੜੇ ਮੁੱਖ ਦੇ ਵਿੱਚੋਂ ਨਿਕਲੇ ਆ ਵਚਨ ਹੈ। ਵਚਨ ਜਿਹੜਾ ਵਚਨ ਨੂੰ ਅਸੀਂ ਬਾਈਬਲ ਕਈ ਚੀਜ਼ਾਂ ਦੇ ਨਾਲ ਬਿਆਨ ਕਰਦੀ ਆ। ਜਦੋਂ ਅਗਰ ਅਸੀਂ ਵਚਨ ਦੀ ਸਾਮਰਥ ਨੂੰ ਯੂਜ਼ ਕਰਨਾ, ਆਪਣੀ ਜ਼ਿੰਦਗੀ ਦੇ ਵਿੱਚ ਉਸ ਦਾ ਇਸਤੇਮਾਲ ਕਰਨਾ, ਅਸੀਂ ਉਸ ਨੂੰ ਕਿੱਦਾਂ ਕਰਨਾ ਆ। ਸਭ ਤੋਂ ਪਹਿਲਾਂ ਸਵਾਲ ਉੱਠਦਾ ਹੈ ਕਿ ਵਚਨ ਹੈ ਕੀ ਆ। ਵਚਨ ਹੈ ਕੀ ਆ? ਵਚਨ ਕਿਸ ਨੂੰ ਕਹਿੰਦੇ ਆ? ਜਦੋਂ ਅਸੀਂ ਯੋਹੰਨਾ 1:1 ਪੜ੍ਹਦੇ ਹਾਂ, ਉੱਥੇ ਲਿਖਿਆ ਹੋਇਆ आदि में शब्द था, शब्द परमेश्वर के साथ था। मैं थोड़े लिए वचन ਨੂੰ ਪੜਾਂਗਾ। ਯੋਹੰਨਾ ਦੀ ਅੰਜੀਲ ਉਹਦਾ ਪਹਿਲਾ ਅਧਿਆਇ ਉਹਦੀ 1 ਆਇਤ ਨੂੰ ਅਸੀਂ ਪੜਾਂਗੇ। ਉੱਥੇ ਲਿਖਿਆ ਵਾ ਆਦि में वचन था। ਜਦੋਂ ਯੋਹੰਨਾ 1:1 ਪੜ੍ਹਦੇ ਉੱਥੇ ਆਦि में वचन था। ਆਦਿ ਦਾ ਮਤਲਬ ਸ਼ੁਰੂਆਤ ਦੇ ਵਿੱਚ, ਜਦੋਂ ਕੁਝ ਵੀ ਇਸ ਧਰਤੀ ਉੱਤੇ ਨਹੀਂ ਬਣਿਆ ਸੀਗਾ। ਔਰ ਵਚਨ ਪਰਮੇਸ਼ਰ ਕੇ ਸਾਥ ਥਾ। ਆਦਿ ਦੇ ਵਿੱਚ ਕੀ ਸੀਗਾ? ਵਚਨ। ਵਚਨ ਕਿਹਦੇ ਨਾਲ ਸੀਗਾ? ਪਰਮੇਸ਼ਰ ਦੇ। ਔਰ ਵਚਨ ਪਰਮੇਸ਼ਰ ਥਾ। ਬਾਈਬਲ ਕੀ ਕਹਿੰਦੀ ਹੈ? ਜਿਹੜਾ ਵਚਨ ਹੈ ਇਹ ਪਰਮੇਸ਼ਰ ਸੀਗਾ। वचन परमेश्वर था। यही आदि में परमेश्वर के साथ था। सब कुछ उसी के द्वारा उत्पन्न हुआ और जो कुछ उत्पन्न हुआ है उसमें से कोई भी वस्तु उसके बिना उत्पन्न नहीं हुई। उसमें जीवन था। हालेलुया। वह जीवन मनुष्य की ज्योति था। ज्योति अंधकार में चमकती है और अंधकार ने उसे ग्रहण ना किया। ਹਾਲੇਲੂਇਆ। ਬਾਈਬਲ ਕਹਿੰਦੀ ਆ ਆਦਿ ਦੇ ਵਿੱਚ ਜਦੋਂ ਕੁਝ ਵੀ ਨਹੀਂ ਬਣਿਆ ਸੀਗਾ, ਕੀ ਸੀਗਾ? ਵਚਨ। ਵਚਨ ਕੀ ਆ? ਵਚਨ ਜਿਹੜਾ ਆ ਪਰਮੇਸ਼ਰ ਦੇ ਮੂੰਹ ਦੇ ਵਿੱਚੋਂ ਨਿਕਲਣ ਵਾਲੇ ਵਰਡ ਹੈ, ਆਵਾਜ਼ ਹੈ। ਬਾਈਬਲ ਕਹਿੰਦੀ ਆ ਵਚਨ ਦੇਹਧਾਰੀ ਹੋਇਆ, ਸ਼ਬਦ ਦੇਹਧਾਰੀ ਹੋਇਆ। ਜਿਹੜਾ ਵਚਨ ਹੈ ਉਹ ਯਿਸੂ ਮਸੀਹ ਵੀ ਆ। ਹਾਲੇਲੂਇਆ। ਵਚਨ ਜਿਹੜਾ ਆ ਉਹ ਯਿਸੂ ਮਸੀਹ ਵੀ ਆ। ਵਚਨ ਇੱਕ ਕਾਨੂੰਨ ਵੀ ਆ। ਹਾਲੇਲੂਇਆ। ਜਦੋਂ ਪਰਮੇਸ਼ਰ ਕੁਝ ਵੀ ਬੋਲਦਾ ਆ, ਜਿਸ ਤਰ੍ਹਾਂ ਮੂਸਾ ਨੂੰ ਉਸਨੇ ਪਰਬਤ ਉੱਤੇ ਫਟੀਆਂ ਉੱਤੇ ਹੁਕਮ ਦਿੱਤੇ, ਆਗਿਆ ਦਿੱਤੀਆਂ, ਉਹ ਕਾਨੂੰਨ ਬਣ ਗਿਆ, ਆਗਿਆ ਬਣ ਗਈ। ਜਿਸ ਤਰ੍ਹਾਂ ਹਰੇਕ ਦੇਸ਼ ਦਾ ਆਪਣਾ ਆਪਣਾ ਕਾਨੂੰਨ ਹੈ, ਲਾਅ ਹੈ, ਤੇ ਹਰੇਕ ਕਾਨੂੰਨ ਦੇ ਵਿੱਚ ਜਿੰਨੀਆਂ ਵੀ ਆਗਿਆ ਹੁੰਦੀਆਂ ਉਹ ਕੀ ਕਰਨੀਆਂ ਪੈਂਦੀਆਂ? ਮੰਨਣੀਆਂ ਪੈਂਦੀਆਂ ਆ। ਅਗਰ ਇੰਡੀਆ ਦਾ, ਅਗਰ ਤੁਸੀਂ ਕਿਸੇ ਵੀ ਦੇਸ਼ ਦੇ ਵਿੱਚੋਂ ਦੇਖ ਰਹੇ ਹੋ, ਅਗਰ ਇੰਡੀਆ ਦੇ ਵਿੱਚ ਕੋਈ ਵੀ ਕਾਨੂੰਨ ਹੈ, ਉਸ ਕਾਨੂੰਨ ਨੂੰ ਫੋਲੋ ਕਰਨਾ ਪਏਗਾ। ਅਗਰ ਫੋਲੋ ਨਹੀਂ ਕਰਾਂਗੇ, ਉਸ ਨੂੰ ਨਹੀਂ ਮੰਨਾਂਗੇ, ਤਾਂ ਉਸ ਦੀ ਕੀ ਹੋਏਗੀ? ਸਜ਼ਾ ਮਿਲੇਗੀ, ਅਗਰ ਉਸ ਕਾਨੂੰਨ ਨੂੰ ਤੋੜਾਂਗੇ। ਇਸੇ ਤਰ੍ਹਾਂ ਜਿਹੜਾ ਵਚਨ ਹੈ, ਵਚਨ ਵੀ ਪਰਮੇਸ਼ਰ ਦਾ ਇੱਕ ਕਾਨੂੰਨ ਹੈ। ਹਾਲੇਲੂਇਆ। ਵਚਨ ਇੱਕ ਕਾਨੂੰਨ ਹੈ। ਅਗਰ ਅਸੀਂ ਇਸ ਕਾਨੂੰਨ ਨੂੰ, ਪਰਮੇਸ਼ਰ ਦੇ ਕਾਨੂੰਨ ਨੂੰ, ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਾਂਗੇ, ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੇ ਵਚਨ ਦੀ ਸਾਮਰਥ ਕੰਮ ਕਰੇਗੀ। ਜਿਸ ਤਰ੍ਹਾਂ ਅਸੀਂ ਪਹਿਲਾਂ ਦੇਖਿਆ ਪਿਛਲੇ ਟੌਪਿਕ ਵਚਨਾਂ ਦੇ ਵਿੱਚ ਕਿ ਅਸੀਂ ਪ੍ਰਾਰਥਨਾ ਦੇ ਦੁਆਰਾ ਆਪਣੀ ਜਿਹੜੀ ਆਤਮਿਕ ਉન્નਤੀ ਕਰਨੀ ਆ, ਪਰਮੇਸ਼ਰ ਨਾਲ ਸਮਾਂ ਬਿਤਾਉਣਾ ਆ। ਤੇ ਉਸ ਤੋਂ ਬਾਅਦ ਜਿਹੜਾ ਆ ਇੱਕ ਵਿਸ਼ਵਾਸੀ ਦਾ ਕੰਮ, ਇੱਕ ਮਸੀਹੀ ਦਾ ਕੰਮ, ਜਦੋਂ ਅਸੀਂ ਯਿਸੂ ਮਸੀਹ ਦੇ ਵਿੱਚ ਆ ਜਾਂਦੇ ਹਾਂ, ਦੂਸਰਾ ਕੰਮ ਹੈ ਕਿ ਵਚਨ ਨੂੰ ਪੂਰਾ ਕਰਨਾ ਹਰ ਹਾਲਤ ਦੇ ਵਿੱਚ। ਅੱਜ ਵਿਸ਼ਵਾਸੀ ਕੀ ਕਰਦੇ ਆ? ਪ੍ਰਾਰਥਨਾ ਕਰਦੇ ਆ, ਬਾਈਬਲ ਪੜ੍ਹਦੇ ਆ, ਚਰਚ ਜਾਂਦੇ ਆ, ਕੀ ਕਰਦੇ ਆ? ਉਹ ਵਚਨ ਨੂੰ ਪੂਰਾ ਨਹੀਂ ਕਰਦੇ। 90% ਮਸੀਹਾਂ ਦੇ ਵਿੱਚ ਇੱਕ ਕਮੀ ਆ ਕਿ ਉਹ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੂਰਾ ਨਹੀਂ ਕਰਦੇ। ਬਾਈਬਲ ਪੜ੍ਹਦੇ ਆ, ਪਰਮੇਸ਼ਰ ਦਾ ਵਚਨ ਕਹਿੰਦਾ ਤੂੰ ਚੋਰੀ ਨਾ ਕਰ, ਝੂਠ ਨਾ ਬੋਲ, ਫਿਰ ਵੀ ਕੀ ਕਰਦੇ ਆ? ਝੂਠ ਬੋਲਦੇ ਆ। ਪਰਮੇਸ਼ਰ ਕਹਿੰਦਾ ਤੂੰ ਕਿਸੇ ਨਾਲ ਨਫ਼ਰਤ ਨਾ ਕਰ, ਉਹ ਫਿਰ ਵੀ ਨਫ਼ਰਤ ਕਰਦੇ ਆ। ਬਾਈਬਲ ਦੇ ਵਿੱਚ ਉਹਨਾਂ ਨੇ ਪੜ੍ਹਿਆ ਆ, ਵਚਨ ਪੜ੍ਹਦੇ ਆ ਹਰ ਰੋਜ਼। ਕਿ ਅਸੀਂ, ਤੁਸੀਂ ਜਿੰਨੇ ਵੀ ਅਸੀਂ ਸੁਣ ਰਹੇ ਹਾਂ,
ਇਸ ਮੈਸੇਜ ਨੂੰ ਕਿ ਅਸੀਂ ਪਰਮੇਸ਼ਰ ਦੇ ਵਚਨ ਦੀ ਪਾਵਰ ਨੂੰ ਇਸਤੇਮਾਲ ਕਰਦੇ ਹਾਂ ਜਾਂ ਨਹੀਂ। ਹਰੇਕ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਅਗਰ ਤੁਸੀਂ ਅਗਰ ਪਰਮੇਸ਼ਰ ਦੇ ਵਚਨ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ, ਉਸ ਦੀ ਸਾਮਰਥ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਉਹ ਵਚਨ ਪੂਰਾ ਕਰਨਾ ਪਏਗਾ। ਹਾਲੇਲੂਇਆ। ਕੋਈ ਵੀ ਵਚਨ ਹੈ, ਬਾਈਬਲ ਦੇ ਵਿੱਚ ਹਜ਼ਾਰਾਂ ਵਚਨ ਹੈ, ਅਗਰ ਤੁਸੀਂ ਕਿਸੇ ਵੀ ਵਚਨ ਨੂੰ ਪੂਰਾ ਕਰਦੇ ਆ, ਉਸ ਵਚਨ ਨੂੰ ਪੂਰਾ ਕਰਨ ਦੇ ਦੁਆਰਾ ਤੁਹਾਡੀ ਜ਼ਿੰਦਗੀ ਤੇ ਆਸ਼ੀਸ਼ ਆਏਗੀ। ਅਗਰ ਕੋਈ ਵੀ ਵਚਨ ਤੁਸੀਂ ਤੋੜੋਗੇ, ਉਸ ਵਚਨ ਨੂੰ ਤੋੜਨ ਦੇ ਕਾਰਨ ਸ਼ੈਤਾਨ ਤੁਹਾਡੀ ਜ਼ਿੰਦਗੀ ਦੇ ਵਿੱਚ ਗੜਬੜੀ ਕਰ ਸਕਦਾ ਹੈ। ਹਾਲੇਲੂਇਆ। ਅਗਰ ਕੋਈ ਵੀ ਵਚਨ ਤੋੜਦੇ ਆ, ਉਸ ਦੀ ਸਜ਼ਾ ਤੁਹਾਡੇ ਉੱਤੇ ਆ ਸਕਦੀ ਆ, ਉਹ ਮੁਸੀਬਤ ਦੇ ਵਿੱਚ ਜਾਂ ਕੁਝ ਵੀ ਆ, ਪਰ ਪਰਮੇਸ਼ਰ ਤੁਹਾਡੀ ਰੱਖਿਆ ਕਰੇਗਾ, ਕਿਉਂਕਿ ਉਹ ਪਰਮੇਸ਼ਰ ਸਾਨੂੰ ਕਦੇ ਵੀ ਛੱਡਦਾ ਨਹੀਂ ਆ। ਹਾਲੇਲੂਇਆ। ਅਗਰ ਅਸੀਂ ਪ੍ਰਾਰਥਨਾ ਕਰਨ ਵਾਲੇ ਆ ਤੇ ਦੂਸਰਾ ਸਾਡਾ ਜਿਹੜਾ ਹਿੱਸਾ ਬਣਦਾ ਹੈ, ਦੂਸਰਾ ਕੰਮ ਜਿਹੜਾ ਬਣਦਾ ਹੈ, ਅਗਰ ਅਸੀਂ ਪ੍ਰਾਰਥਨਾ ਦੇ ਵਿੱਚ ਮਜ਼ਬੂਤ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਵੀ ਵਫਾਦਾਰੀ ਦੇ ਨਾਲ ਪੂਰਾ ਕਰੀਏ। ਹਾਲੇਲੂਇਆ। ਵਚਨ ਨੂੰ ਵਫਾਦਾਰੀ ਦੇ ਨਾਲ ਪੂਰਾ ਕਰਨਾ। ਅਗਰ ਪਰਮੇਸ਼ਰ ਦਾ ਵਚਨ ਕਹਿੰਦਾ ਤੂੰ ਆਪਣੇ ਪੜੋਸੀ ਨੂੰ ਆਪਣੇ ਸਮਾਨ ਪ੍ਰੇਮ ਕਰ, ਤਾਂ ਅਗਰ ਅਸੀਂ ਆਪਣੇ ਪੜੋਸੀ ਨੂੰ ਪ੍ਰੇਮ ਨਹੀਂ ਕਰਦੇ, ਉਸ ਦੇ ਨਾਲ ਨਫ਼ਰਤ ਕਰਦੇ ਹਾਂ, ਪੜੋਸੀ ਦਾ ਮਤਲਬ ਇਹ ਨਹੀਂ ਜੋ ਸਾਡੇ ਘਰ ਦੇ ਨਾਲ ਘਰ ਹੈ, ਉਸ ਦਾ ਮਤਲਬ ਨਹੀਂ। ਪੜੋਸੀ ਦਾ ਮਤਲਬ ਇਹ ਹੈ ਜਿਹੜਾ ਇਨਸਾਨ ਤੁਹਾਡੇ ਨਾਲ ਹੈ, ਚਾਹੇ ਹੁਣ ਹੈ ਚਾਹੇ ਆਉਣ ਵਾਲੇ ਟਾਈਮ ਦੇ ਵਿੱਚ ਆਉਣਾ, ਕਿਤੇ ਵੀ ਹੈ, ਤੁਸੀਂ ਆਪਣੇ ਵਰਗਾ ਉਸ ਨੂੰ ਸਮਝਣਾ ਆ। ਹਾਲੇਲੂਇਆ। ਤੇ ਅਸੀਂ ਉਸ ਦਾ ਕਦੇ ਵੀ ਬੁਰਾ ਨਹੀਂ ਕਰਨਾ, ਅਸੀਂ ਉਸ ਦੇ ਬੁਰਾ ਕਰਨ ਦੀ ਇੱਛਾ ਨਹੀਂ ਰੱਖਣੀ। ਹਾਲੇਲੂਇਆ। ਪਰਮੇਸ਼ਰ ਦਾ ਵਚਨ ਤੂੰ ਹਰੇਕ ਨੂੰ ਆਪਣੇ ਸਮਾਨ ਕੀ ਕਰ, ਪ੍ਰੇਮ ਕਰ। ਪਰ ਜਦੋਂ ਅਸੀਂ ਕਈ ਵਾਰ ਇਹਨਾਂ ਗੱਲਾਂ ਦੇ ਵਿੱਚ ਕੀ ਕਰ ਜਾਂਦੇ ਆ, ਚੁੱਕ ਜਾਂਦੇ ਆ, ਅਸੀਂ ਇਹਨਾਂ ਗੱਲਾਂ ਨੂੰ ਪੂਰਾ ਨਹੀਂ ਕਰ ਪਾਉਂਦੇ। ਕਾਰਨ ਕੀ ਆ ਕਿ ਅਸੀਂ ਪਰਮੇਸ਼ਰ ਦੇ ਵਚਨ ਉੱਤੇ ਗੌਰ ਨਹੀਂ ਕਰਦੇ, ਉਸ 'ਤੇ ਮਨਨ ਨਹੀਂ ਕਰਦੇ ਕਿ ਪਰਮੇਸ਼ਰ ਦਾ ਵਚਨ ਤਾਂ ਸਾਨੂੰ ਇਹ ਕਰਨ ਨੂੰ ਕਹਿੰਦਾ ਆ। ਹਾਲੇਲੂਇਆ। ਕਈ ਵਾਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਕਈ ਵਾਰ ਇਹੋ ਜਿਹੇ ਵੀ ਇਨਸਾਨ ਹੁੰਦੇ ਕਿ ਤੁਹਾਨੂੰ ਉਹਨਾਂ ਦੇ ਨਾਲ ਮਿਲਣਾ ਅੱਛਾ ਨਹੀਂ ਹੁੰਦਾ। ਪਰਮੇਸ਼ਰ ਦਾ ਕਹਿਣ ਦਾ ਮਤਲਬ ਕੀ ਆ ਕਿ ਤੂੰ ਆਪਣੇ ਪੜੋਸੀ ਨੂੰ ਆਪਣੇ ਸਮਾਨ ਪ੍ਰੇਮ ਕਰ। ਹੋ ਸਕਦਾ ਤੁਹਾਡਾ ਜਿਹੜਾ ਕੋਈ ਵੀ ਇਨਸਾਨ ਹੈ ਤੁਹਾਡੇ ਨਾਲ ਹੈ, ਤੁਸੀਂ ਉਸ ਨੂੰ ਨਹੀਂ ਬੁਲਾਉਣਾ ਚਾਹੁੰਦੇ, ਉਸ ਦਾ ਲਾਈਫ ਸਹੀ ਨਹੀਂ ਹੈਗੀ, ਤੁਸੀਂ ਨਾ ਬੁਲਾਓ, ਡੋਂਟ ਵੈਰੀ। ਪਰ ਪਰਮੇਸ਼ਰ ਦਾ ਵਚਨ ਕਹਿੰਦਾ ਤੂੰ ਉਹਦਾ ਬੁਰਾ ਨਾ ਤੱਕ, ਉਹਦੇ ਲਈ ਮਾੜਾ ਨਾ ਸੋਚ। ਹਾਲੇਲੂਇਆ। ਹੋ ਸਕਦਾ ਕੋਈ ਇਨਸਾਨ ਹੋਵੇ, ਗਲਤ ਇਨਸਾਨ ਹੋਵੇ, ਨਸ਼ੇ ਵਾਲਾ ਹੋਵੇ, ਜਾਂ ਕੋਈ ਹੋਰ ਬੁਰੇ ਕੰਮ ਕਰਨ ਵਾਲਾ ਹੋਵੇ, ਪਰ ਇਹੋ ਜਿਹੀ ਸੰਗਤੀ ਤੋਂ ਵੀ ਅਸੀਂ ਦੂਰ ਰਹਿਣਾ, ਬੁਰੀ ਸੰਗਤ ਤੋਂ ਵੀ ਦੂਰ ਰਹਿਣਾ ਆ, ਅੱਛੀ ਸੰਗਤ ਦੇ ਵਿੱਚ ਰਹਿਣਾ, ਅੱਛੇ ਪੜੋਸੀ ਦੇ ਨੂੰ ਆਪਣੇ ਨਾਲ ਮਿਲਣਾ ਆ, ਉਸ ਦੇ ਨਾਲ ਮਿਲਣਾ ਆ। ਪਰ ਕਿਸੇ ਦਾ ਵੀ ਬੁਰਾ ਨਹੀਂ ਤੱਕਣਾ, ਚਾਹੇ ਉਹ ਬੁਰੇ ਕੰਮ ਕਰਨ ਵਾਲਾ, ਚਾਹੇ ਕਿੱਦਾਂ ਵੀ, ਕਿਸੇ ਤਰ੍ਹਾਂ ਬੁਰਾ ਨਹੀਂ ਉਸ ਦਾ ਅਸੀਂ ਤੱਕਣਾ ਹੈਗਾ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਫੋਲੋ ਕਰਦੇ ਹਾਂ, ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਦੀ ਸਾਮਰਥ ਉਤਰਦੀ ਆ। ਹਾਲੇਲੂਇਆ। ਜਦੋਂ ਅਸੀਂ ਕਿਸੇ ਵੀ ਵਚਨ ਨੂੰ ਪੂਰਾ ਕਰਦੇ ਹਾਂ, ਚਾਹੇ ਕੋਈ ਵੀ ਵਚਨ ਹੈ, ਪਰਮੇਸ਼ਰ ਦਾ ਵਚਨ ਕਹਿੰਦਾ ਤੂੰ ਪ੍ਰਾਰਥਨਾ ਕਰ। ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਸਾਡੇ ਉੱਤੇ ਪਰਮੇਸ਼ਰ ਦੀ ਹਜ਼ੂਰੀ ਆਉਂਦੀ ਹੈ। ਅਸੀਂ ਉਹਨਾਂ ਗੱਲਾਂ ਨੂੰ ਦੇਖ ਚੁੱਕੇ ਹਾਂ, ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ। ਜਦੋਂ ਅਸੀਂ ਵਚਨ ਨੂੰ ਇਸਤੇਮਾਲ ਕਰਦੇ ਹਾਂ, ਵਚਨ ਇੱਕ ਕਾਨੂੰਨ ਹੈ, ਵਚਨ ਇੱਕ ਆਗਿਆ ਆ ਮਸੀਹਾਂ ਦੇ ਲਈ। ਜਿੰਨੀ ਵੀ ਬਾਈਬਲ ਦੇ ਵਿੱਚ ਵਚਨ ਹੈ, ਪਰਮੇਸ਼ਰ ਦੇ ਹੁਕਮ ਹੈ, ਜਦੋਂ ਅਸੀਂ ਇਹਨਾਂ ਨੂੰ ਇੱਕ ਹੁਕਮ ਨੂੰ ਪੂਰਾ ਕਰਾਂਗੇ। ਸਭ ਤੋਂ ਪਹਿਲਾਂ 10 ਹੁਕਮਾਂ ਦੇ ਵਿੱਚੋਂ ਕੁਝ ਹੁਕਮ ਆ ਜਾਂਦੇ ਆ ਜਿਹੜੇ ਚੌਥੇ ਜਾਂ ਪੰਜਵੇਂ ਹੁਕਮ ਨੂੰ ਛੱਡ ਕੇ ਗਏ, ਤੂੰ 6 ਦਿਨ ਕੀ ਕਰ, ਪ੍ਰੀਖਿਆ ਕਰ, 7ਵੇਂ ਦਿਨ ਤੂੰ ਆਰਾਧਨਾ ਕਰ। ਇਸ ਪਰਮੇਸ਼ਰ ਨੂੰ, ਇਸ ਵਚਨ ਨੂੰ ਪਰਮੇਸ਼ਰ ਨੇ ਨਿਊ ਟੈਸਟਮੈਂਟ ਦੇ ਵਿੱਚ ਇਸ ਨੂੰ ਸਮਾਪਤ ਕਰ ਦਿੱਤਾ, ਪੂਰਾ ਕਰ ਦਿੱਤਾ ਕਿ ਤੁਸੀਂ ਕਿਸੇ ਵੀ ਸਮੇਂ ਹੁਣ ਪਰਮੇਸ਼ਰ ਦੀ ਆਰਾਧਨਾ ਕਰ ਸਕਦੇ ਹੋ। ਜ਼ਰੂਰੀ ਨਹੀਂ ਕਿ ਤੁਸੀਂ 7ਵਾਂ ਦਿਨ ਹੀ ਪਰਮੇਸ਼ਰ ਦੀ ਭਗਤੀ ਕਰਨੀ ਹੈ, ਬਲਕਿ ਬਾਕੀ ਜਿੰਨੇ ਵੀ ਕੰਮ, ਤੂੰ ਹੱਤਿਆ ਨਾ ਕਰ, ਚੋਰੀ ਨਾ ਕਰ, ਝੂਠ ਨਾ ਬੋਲ, ਨਫ਼ਰਤ ਨਾ ਕਰ, ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇ, ਲਾਲਚ ਨਾ ਕਰ, ਜਿੰਨੀਆਂ ਵੀ ਇਹ ਆਗਿਆ ਆ, ਤੂੰ ਨਸ਼ਾ ਨਾ ਕਰ, ਤੂੰ ਵਿਚਾਰ ਨਾ ਕਰ, ਜਾਂ ਹੋਰ ਵੀ ਜਿੰਨੀਆਂ ਵੀ ਆਗਿਆ, ਅਗਰ ਅਸੀਂ ਜਿੰਨੀਆਂ ਆਗਿਆਵਾਂ ਪਰਮੇਸ਼ਰ ਦੀਆਂ ਹੈਗੀਆਂ ਆ, ਅਸੀਂ ਉਹਨਾਂ ਨੂੰ ਪੂਰਾ ਕਰਦੇ ਹਾਂ, ਤਾਂ ਜਦੋਂ ਅਸੀਂ ਪੂਰਾ ਕਰਾਂਗੇ, ਪਰਮੇਸ਼ਰ ਦੀ ਸਾਮਰਥ ਸਾਡੇ ਉੱਤੇ ਉਤਰੇਗੀ, ਸਾਡੇ ਉੱਤੇ ਆਏਗੀ। ਹਾਲੇਲੂਇਆ। ਉਸ ਵਚਨ ਨੂੰ ਪੂਰਾ ਕਰਨ ਜਦੋਂ ਅਸੀਂ ਕਰ ਦੇਵਾਂਗੇ, ਪਰਮੇਸ਼ਰ ਦੀ ਸਾਮਰਥ ਆਏਗੀ ਸਾਡੇ ਅੰਦਰ। ਹਾਲੇਲੂਇਆ। ਸਾਮਰਥ ਆਏਗੀ। ਜਦੋਂ ਸਾਮਰਥ ਆਏਗੀ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਬੰਧਨ ਟੁੱਟਣਗੇ। ਆਮੀਨ। ਜਦੋਂ ਸਾਮਰਥ ਆਏਗੀ, ਫਿਰ ਸਾਡੀ ਜ਼ਿੰਦਗੀ ਦੇ ਵਿੱਚ ਬੰਧਨ ਟੁੱਟ ਜਾਣਗੇ। ਹਾਲੇਲੂਇਆ।
ਜਦੋਂ ਬੰਧਨ ਟੁੱਟਣਗੇ ਸਾਡੀ ਜ਼ਿੰਦਗੀ ਦੇ ਵਿੱਚ ਸ਼ਾਂਤੀ, ਇੱਕ ਖੁਸ਼ਹਾਲ ਜ਼ਿੰਦਗੀ, ਇੱਕ ਤੰਦਰੁਸਤ ਜੀਵਨ, ਇੱਕ ਸ਼ਾਂਤੀ ਵਾਲਾ ਜੀਵਨ ਅਸੀਂ ਮਹਿਸੂਸ ਕਰਾਂਗੇ, ਬਿਤਾਵਾਂਗੇ। ਹਾਲੇਲੂਇਆ। ਜਦੋਂ ਵੀ ਸਾਡੀ ਜ਼ਿੰਦਗੀ ਵਿੱਚ ਵਚਨ ਟੁੱਟਦਾ ਆ, ਆਗਿਆ ਟੁੱਟ ਜਾਂਦੀ ਆ, ਫਿਰ ਕਿਤੇ ਨਾ ਕਿਤੇ ਅਸੀਂ ਗਿਰ ਜਾਂਦੇ ਆ, ਕੁਛ ਨਾ ਕੁਛ ਅਸੀਂ ਮਿਸ ਕਰ ਜਾਂਦੇ ਆ, ਖੋ ਜਾਂਦੇ ਆ। ਹਾਲੇਲੂਇਆ। ਜਿਸ ਤਰ੍ਹਾਂ ਬਾਈਬਲ ਦੇ ਵਿੱਚ ਬਹੁਤ ਸਾਰੀਆਂ ਐਗਜ਼ਾਮਪਲਾਂ ਆ ਕਿ ਜਿਨ੍ਹਾਂ ਇਨਸਾਨਾਂ ਨੇ ਪਰਮੇਸ਼ਰ ਦੇ ਵਚਨ ਨੂੰ ਪੂਰਾ ਕੀਤਾ। ਜਿਸ ਤਰ੍ਹਾਂ ਅਬਰਾਹਮ ਨੂੰ ਲੈ ਲਈਏ। ਅਬਰਾਹਮ ਨੂੰ ਪਰਮੇਸ਼ਰ ਨੇ ਕੀ ਕਿਹਾ? ਤੂੰ ਆਪਣੇ ਇਕਲੌਤੇ ਪੁੱਤਰ ਨੂੰ ਕੀ ਕਰ? ਬਲੀ ਚੜਾ ਦੇ। ਪਰਮੇਸ਼ਰ ਨੇ ਹੁਕਮ ਦਿੱਤਾ, ਵਚਨ ਦਿੱਤਾ ਉਸਨੂੰ। ਉਹਨੇ ਕੀ ਕੀਤਾ? ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਆਪਣਾ ਇਕਲੌਤਾ ਪੁੱਤਰ ਲੈ ਕੇ ਉਸ ਨੂੰ ਕੁਰਬਾਨ ਕਰਨ ਦੇ ਲਈ ਚਲਾ ਗਿਆ। ਹਾਲੇਲੂਇਆ। ਕੁਰਬਾਨ ਕਰਨ ਦੇ ਲਈ ਚਲਾ ਗਿਆ। ਜਦੋਂ ਉਸਨੇ ਅਬਰਾਹਮ ਨੇ ਉਸ ਵਚਨ ਨੂੰ ਪੂਰਾ ਕੀਤਾ, ਆਪਣੇ ਪੁੱਤਰ ਨੂੰ ਲੈ ਕੇ ਚਲਾ ਗਿਆ, ਤਾਂ ਕੀ ਹੋਇਆ? ਪਰਮੇਸ਼ਰ ਉਸ ਤੋਂ ਪ੍ਰਸੰਨ ਹੋਇਆ, ਖੁਸ਼ ਹੋਇਆ। ਬਲਕਿ ਪਰਮੇਸ਼ਰ ਨੇ ਉਸ ਨੂੰ ਕੀ ਕੀਤਾ ਸੀਗਾ? ਪਰਖਿਆ ਸੀਗਾ, ਇੱਕ ਤਰ੍ਹਾਂ ਦੀ ਪ੍ਰੀਖਿਆ ਸੀਗੀ। ਪਰ ਪਰਮੇਸ਼ਰ ਨੇ ਉਸ ਤੋਂ ਉਸਦਾ ਬੇਟਾ ਲਿਆ ਨਹੀਂ ਹੈਗਾ, ਉਸ ਨੂੰ ਕੁਰਬਾਨ ਨਹੀਂ ਹੋਣ ਦਿੱਤਾ। ਪਰਮੇਸ਼ਰ ਉਸਦੇ ਵਿਸ਼ਵਾਸ ਨੂੰ, ਪਰਮੇਸ਼ਰ ਦੇਖਦਾ ਸੀਗਾ ਕਿ ਇਹ ਮੇਰੇ ਕਹਿਣ ਦੇ ਵਿੱਚ ਹੈ ਜਾਂ ਨਹੀਂ, ਕਿ ਮੇਰੇ ਨਾਲ ਵੱਧ ਪ੍ਰੇਮ ਕਿਤੇ ਆਪਣੀ ਜਾਇਦਾਦ ਨੂੰ, ਕਿਤੇ ਸੰਪત્ਤੀ ਨੂੰ ਤਾਂ ਨਹੀਂ ਕਰ ਰਿਹਾ ਹੈ, ਕਿ ਮੇਰੇ ਨਾਲੋਂ ਜ਼ਿਆਦਾ ਕਿਤੇ ਆਪਣੇ ਬੱਚਿਆਂ ਨੂੰ, ਧੀਆਂ ਪੁੱਤਰਾਂ ਨੂੰ ਪ੍ਰੇਮ ਤਾਂ ਨਹੀਂ ਕਰ ਰਿਹਾ। ਪਰਮੇਸ਼ਰ ਸਾਨੂੰ ਵਚਨ ਦਿੰਦਾ ਆ, ਆਗਿਆ ਦਿੰਦਾ ਆ ਪਰਮੇਸ਼ਰ, ਕਿ ਇੱਕ ਇਨਸਾਨ ਮੇਰੇ ਕਹਿਣੇ ਦੇ ਵਿੱਚ ਰਵੇ। ਹਾਲੇਲੂਇਆ। ਯਿਸੂ ਮਸੀਹ ਪਰਮੇਸ਼ਰ ਸਾਨੂੰ ਆਪਣੇ ਕਹਿਣੇ ਦੇ ਵਿੱਚ ਰੱਖਣਾ ਚਾਹੁੰਦਾ ਕਿ ਤੁਸੀਂ ਉਸਦੇ ਕਹਿਣੇ ਦੇ ਵਿੱਚ ਹੋਣਾ ਚਾਹੁੰਦੇ ਆ ਜਾਂ ਨਹੀਂ, ਉਹ ਤੁਹਾਡੇ ਤੇ ਡਿਪੈਂਡ ਹੈ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਾਂਗੇ, ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹੋਣਾ ਸਟਾਰਟ ਹੋ ਜਾਏਗਾ। ਬਹੁਤ ਕੁਝ, ਜਿਹੜੇ ਕੰਮ ਸਾਡੇ ਨਹੀਂ ਬਣਦੇ, ਜਦੋਂ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰੋਗੇ, ਬਣਨਗੇ ਉਹ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ। ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਪਰਿਸਥਿਤੀ ਹੈ, ਕੋਈ ਵੀ ਹਾਲਾਤ ਹੈ, ਜਾ ਨਹੀਂ ਰਹੇ, ਇਹਦਾ ਮਤਲਬ ਤੁਸੀਂ ਵਚਨ ਨੂੰ ਪੂਰਾ ਨਹੀਂ ਕਰ ਰਹੇ ਹੈਗੇ, ਵਚਨ ਨੂੰ ਤੋੜ ਰਹੇ ਆ, ਵਚਨ ਨੂੰ ਮਿਸ ਕਰ ਰਹੇ ਆ। ਹਾਲੇਲੂਇਆ। ਮੈਂ ਤੁਹਾਡੇ ਲਈ ਵਚਨ ਪੜਾਂਗਾ, ਯਾਕੂਬ ਉਹਦਾ 4 ਅਧਿਆਏ, ਯਾਕੂਬ ਉਹਦਾ 4 ਅਧਿਆਏ ਉਹਦੀ 8 ਆਇਤ ਨੂੰ ਮੈਂ ਤੁਹਾਡੇ ਲਈ ਪੜਾਂਗਾ। ਪਹਿਲਾਂ ਮੈਂ 7 ਨੂੰ ਪੜਾਂਗਾ ਤੁਹਾਡੇ ਲਈ। ਇਸ ਲਈ ਪਰਮੇਸ਼ਰ ਕੇ ਅਧੀਨ ਹੋ ਜਾਓ। ਹਾਲੇਲੂਇਆ। ਕੀ पढ़ रहे हैं? इसलिए परमेश्वर के अधीन हो जाओ और शैतान का सामना करो तो वह तुम्हारे पास से भाग निकलेगा। हालेलुया। अगर साडी जिंदगी दे विच शैतान काम करदा आ, दुष्ट आत्मावां काम करदियां आ, तां इहदा मतलब है कि असीं परमेश्वर दे अधीन नहीं हैगे। की लिखा हुआ वचन दे विच? इसलिए परमेश्वर के अधीन हो जाओ। ਜਦੋਂ ਤੁਸੀਂ ਅਧੀਨ ਹੋ ਜਾਓਗੇ, ਅਧੀਨ ਹੋਣ ਦਾ ਮਤਲਬ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਨਾ, ਉਸ ਦੀਆਂ ਆਗਿਆਵਾਂ ਨੂੰ ਪੂਰਾ ਕਰਨਾ, ਔਰ ਸ਼ੈਤਾਨ ਦਾ ਸਾਹਮਣਾ ਕਰੋ। ਜਦੋਂ ਤੁਸੀਂ ਅਧੀਨ ਹੋ ਜਾਓਗੇ, ਫਿਰ ਕੀ ਕਰਨਾ ਪੈਣਾ? ਜਿਹੜੀ ਪਰਿਸਥਿਤੀ, ਜਿਹੜੇ ਹਾਲਾਤ ਹੈ, ਚਾਹੇ ਦੁਸ਼ਟ ਆਤਮਾ, ਚਾਹੇ ਕੋਈ ਤਕਲੀਫ ਹੈ, ਕੋਈ ਮੁਸੀਬਤ ਹੈ, ਕੋਈ ਤੂਫਾਨ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ, ਉਹਦਾ ਕੀ ਕਰਨਾ ਪੈਣਾ? ਸਾਹਮਣਾ ਕਰਨਾ ਪੈਣਾ। ਪਹਿਲਾਂ ਸਭ ਤੋਂ ਨੰਬਰ 1 ਕੰਮ ਤੁਹਾਨੂੰ ਅਧੀਨ ਹੋਣਾ ਪੈਣਾ। ਦੂਸਰਾ ਨੰਬਰ ਕੰਮ ਸਾਹਮਣਾ ਕਰਨਾ ਪੈਣਾ ਸ਼ੈਤਾਨ ਦਾ, ਚਾਹੇ परिस्थितियां, चाहे हालात है, कुछ भी। दूसरा नंबर सामना करना पैना। शैतान का सामना करो। शैतान का मतलब कोई भी दुख थोड़ी जिंदगी परिस्थिति है, चाहे दुष्ट आत्मा का चक्कर है, चाहे कुछ भी है, की करना पैना? सामना करो तो वह तुम्हारे पास से भाग निकलेगा। हालेलुया। फिर वो तीजा नंबर काम किहड़ा होएगा? वो परिस्थिति, वो दुष्ट आत्मा, वो शैतान, वो सारे तूफान थोड़ी जिंदगी दे विच चले जाणगे। नंबर 1 वाला जिहड़ा काम है वो तुहानू करना ही पएगा, तां नंबर 2 वाला 3 वाला काम होएगा। नंबर 1 वाला काम किहड़ा? अधीन होना। अगर तुसी अधीन आ, परमेश्वर के अधीन हो जाओ। अधीन होने का मतलब यही आ, झुक जाना नहीं हैगा कि असी परमेश्वर तो डरना ना 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 प्रभु मैं तो तेरा बहुत डर रखदा। परमेश्वर का डर रखने का मतलब उसकी आज्ञा का पालन करना। हालेलुया। परमेश्वर की कहंदा आ,
ਤੂੰ ਵਿਅਰਥ ਕਿਸੇ ਦੇ ਨਾਲ ਕੀ ਕਰ, ਝਗੜਾ ਨਾ ਕਰ, ਤੂੰ ਕਿਸੇ ਨਾਲ ਨਫ਼ਰਤ ਨਾ ਕਰ, ਤੂੰ ਹਰੇਕ ਨਾਲ ਕੀ ਕਰ, ਪ੍ਰੇਮ ਕਰ, ਤੂੰ ਝੂਠ ਨਾ ਬੋਲ, ਤੂੰ ਚੁਗਲੀ ਨਾ ਕਰ, ਤੂੰ ਕਿਸੇ ਦੀ ਨਿੰਦਿਆ ਨਾ ਕਰ, ਤੂੰ ਕਿਸੇ ਦਾ ਹੱਤਿਆ ਨਾ ਕਰ। ਬਹੁਤ ਸਾਰੀ ਹੱਤਿਆ ਅਸੀਂ ਸਰੀਰਕ ਨਹੀਂ ਬਲਕਿ ਆਤਮਿਕ ਆਪਣੀਆਂ ਗੱਲਾਂ ਦੇ ਦੁਆਰਾ ਬਹੁਤ ਸਾਰੇ ਇਨਸਾਨਾਂ ਨੂੰ ਠੇਸ ਦੇ ਦਿੰਦੇ ਹਾਂ। ਹੱਤਿਆ ਨਾ ਕਰ। ਜਦੋਂ ਅਸੀਂ ਪਰਮੇਸ਼ਰ ਦੇ ਅਧੀਨ ਹੋਵਾਂਗੇ ਤਾਂ ਅਸੀਂ ਸ਼ੈਤਾਨ ਦਾ ਸਾਹਮਣਾ ਕਰਾਂਗੇ। ਅਗਰ ਪਰਮੇਸ਼ਰ ਦੇ ਅਧੀਨ ਨਹੀਂ ਆ ਤਾਂ ਅਸੀਂ ਸ਼ੈਤਾਨ ਦਾ ਸਾਹਮਣਾ ਨਹੀਂ ਕਰ ਸਕਦੇ। ਉਹ ਫਿਰ ਸਾਡੇ ਕੋਲ ਭੱਜਣਾ ਵੀ ਨਹੀਂ ਹੈਗਾ, ਉਹਨੇ ਦੌੜਨਾ ਵੀ ਨਹੀਂ ਹੈਗਾ ਤੁਹਾਡੇ ਘਰਾਂ ਦੇ ਵਿੱਚੋਂ। ਹਾਲੇਲੂਇਆ। ਬਹੁਤ ਵਾਰੀ ਕੀ ਹੁੰਦਾ, ਪਰਮੇਸ਼ਰ ਦੇ ਸੇਵਕ ਆਉਂਦੇ ਆ, ਦੁਸ਼ਟ ਆਤਮਾ ਕੱਢ ਕੇ ਚਲੇ ਜਾਂਦੇ ਆ, ਜਿਹੜੇ ਬਾਰ-ਬਾਰ ਬਿਮਾਰ ਹੁੰਦੇ ਆ। ਦੁਸ਼ਟ ਆਤਮਾ ਜਿਨ੍ਹਾਂ ਦੀ ਜ਼ਿੰਦਗੀ 'ਚ ਬਾਰ-ਬਾਰ ਆਉਂਦੀ ਆ, ਕੀ ਹੁੰਦਾ ਆ, ਪਰਮੇਸ਼ਰ ਦੇ ਕੀ ਕਰਦੇ ਆ ਬੰਦੇ, ਪਰਮੇਸ਼ਰ ਦੇ ਸੇਵਕ ਚਾਹੇ ਕੋਈ ਵੀ ਆ, ਸੇਵਕ ਆਏਗਾ ਪਰਮੇਸ਼ਰ ਦਾ, ਦੁਸ਼ਟ ਆਤਮਾ ਉਸ ਇਨਸਾਨ ਦੇ ਅੰਦਰ ਦੁਸ਼ਟ ਆਤਮਾ ਨੂੰ ਆਗਿਆ ਦੇਗਾ, ਉਹ ਇਨਸਾਨ ਕੀ ਹੋ ਜਾਏਗਾ, ਠੀਕ ਹੋ ਜਾਏਗਾ, ਚੰਗਾ ਹੋ ਜਾਏਗਾ, ਭਲਾ ਹੋ ਜਾਏਗਾ। ਤੇ ਕੁਛ ਦਿਨਾਂ ਦੇ ਬਾਅਦ, ਕੁਛ ਸਮੇਂ ਦੇ ਬਾਅਦ ਉਹ ਫਿਰ ਪ੍ਰੋਬਲਮ ਆ ਜਾਏਗੀ। ਕਾਰਨ ਕੀ ਹੈ, ਕਿਉਂਕਿ ਉਹ ਇਨਸਾਨ ਪਰਮੇਸ਼ਰ ਦੇ ਅਧੀਨ ਨਹੀਂ ਹੈਗੇ। ਅਧੀਨ ਦਾ ਮਤਲਬ ਪਰਮੇਸ਼ਰ ਦੀ ਆਗਿਆ ਦੇ ਵਿੱਚ ਨਹੀਂ ਹੈਗੇ। ਉਹਨਾਂ ਦੇ ਉਹੀ ਪੁਰਾਣੇ ਕੰਮ ਹੈ, ਝੂਠ ਬੋਲਣਾ, ਨਫ਼ਰਤ ਕਰਨਾ, ਗਾਲੀ ਗਲੋਚ ਕਰਨਾ, ਉਹੀ ਪੁਰਾਣੇ ਕੰਮ ਜਿਹੜੇ ਪ੍ਰਭੂ ਨੇ ਸਾਨੂੰ ਤਿਆਗਣ ਦੇ ਲਈ ਕਹੇ ਆ। ਸਭ ਤੋਂ ਪਹਿਲਾਂ ਜਦੋਂ ਅਸੀਂ ਮਸੀਹ ਦੇ ਵਿੱਚ ਆਉਂਦੇ ਆ, ਸਾਨੂੰ ਪਰਮੇਸ਼ਰ ਦੇ ਅਧੀਨ ਹੋਣਾ ਪੈਣਾ। ਪ੍ਰਾਰਥਨਾ ਦੇ ਬਾਅਦ ਪਹਿਲਾ ਧਾਗਾ ਪ੍ਰਾਰਥਨਾ ਦੇਖ ਲਿਆ, ਦੂਸਰਾ ਧਾਗਾ ਜਿਹੜਾ ਆ ਅਧੀਨ ਹੋਣਾ, ਵਚਨ ਨੂੰ ਪੂਰਾ ਕਰਨਾ। ਹਾਲੇਲੂਇਆ। ਪਰਮੇਸ਼ਰ ਨੇ ਹੁਕਮ ਦਿੱਤਾ ਸੀਗਾ ਮੂਸਾ ਨੂੰ, 10 ਫੱਟੀਆਂ ਤੇ 10 ਹੁਕਮ ਦਿੱਤੇ ਸੀਗੇ। ਪਹਿਲਾ ਸੀਗਾ ਤੂੰ ਆਪ ਮੇਰੇ ਤੋਂ ਸਿਵਾ, ਪਰਮੇਸ਼ਰ ਤੋਂ ਸਿਵਾ ਕਿਸੇ ਹੋਰ ਨੂੰ ਕੀ ਕਰਨੀ, ਭਗਤੀ ਨਹੀਂ ਕਰਨੀ। ਪਰ ਜਿੰਨਿਆਂ ਨੇ ਵੀ ਕੀਤੀ ਉਹ ਕੀ ਹੋਏ, ਉਹਨਾਂ ਉੱਤੇ ਸਜ਼ਾ ਆਈ। ਹਾਲੇਲੂਇਆ। ਸਜ਼ਾ ਆਈ, ਦੰਡ ਆਇਆ। ਇਸ ਲਈ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਦੇ ਅਧੀਨ ਰਹਿੰਦੇ ਆ, ਕੀ ਕਰਦੇ ਆ, ਫਿਰ ਪਰਮੇਸ਼ਰ ਦੀ ਸਾਮਰਥ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀ ਆ। ਉਹ ਸਾਮਰਥ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਆਏਗੀ, ਸ਼ੈਤਾਨ ਦਾ ਫਿਰ ਸਾਹਮਣਾ ਕਰੇਗੀ, ਸ਼ੈਤਾਨ ਦੌੜ ਜਾਏਗਾ, ਕਿਉਂਕਿ ਪਰਮੇਸ਼ਰ ਦੀ ਸਾਮਰਥ ਦਾ ਸਾਹਮਣਾ ਸ਼ੈਤਾਨ ਨਹੀਂ ਕਰ ਸਕਦਾ। ਮੈਂ ਰਿਪੀਟ ਕਰਨ ਜਾ ਰਿਹਾ, ਗੱਲ ਨੂੰ ਧਿਆਨ ਨਾਲ ਸਮਝਣਾ। ਜਦੋਂ ਅਸੀਂ ਪਰਮੇਸ਼ਰ ਦੇ ਵਚਨ ਨੂੰ ਇੱਕ ਇੱਕ ਨੂੰ ਪੂਰਾ ਕਰਾਂਗੇ, ਪਰਮੇਸ਼ਰ ਦੀ ਸਾਮਰਥ ਸਾਡੀ ਜ਼ਿੰਦਗੀ ਦੇ ਵਿੱਚ ਆਏਗੀ। ਉਹ ਸਾਮਰਥ ਸਾਡੇ ਦੁਸ਼ਮਣ ਦਾ ਸਾਹਮਣਾ ਕਰੇਗੀ ਤੇ ਪਰਮੇਸ਼ਰ ਦੀ ਸਾਮਰਥ ਦੇ ਮੂਹਰੇ ਕੋਈ ਖੜ ਨਹੀਂ ਸਕਦਾ। ਹਾਲੇਲੂਇਆ। ਅਗਰ ਅਸੀਂ ਕਿਤੇ ਵੀ ਕਮਜ਼ੋਰ ਹਾਂ ਤਾਂ ਸਾਨੂੰ ਆਪਣੀ ਲਾਈਫ, ਆਤਮਿਕ ਲਾਈਫ ਚੈੱਕ ਕਰਨ ਦੀ ਜ਼ਰੂਰਤ ਹੈ। ਹਾਲੇਲੂਇਆ। ਸਾਨੂੰ ਆਪਣੀ ਆਤਮਿਕ ਲਾਈਫ ਚੈੱਕ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਪਰਮੇਸ਼ਰ ਦੇ ਅਧੀਨ ਹੋ ਕੇ ਆਪਣੇ ਦੁਸ਼ਮਣ ਦਾ ਸਾਹਮਣਾ ਕਰਕੇ ਉਸ ਨੂੰ ਭਜਾ ਦਈਏ। ਪਰਮੇਸ਼ਰ ਦੇ ਅਧੀਨ ਹੋਣਾ ਦਾ ਮਤਲਬ ਹੈ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰਨਾ। ਹਾਲੇਲੂਇਆ। ਪ੍ਰਾਰਥਨਾ ਦੇ ਵਿੱਚ ਰਹਿਣਾ, ਸੰਗਤੀ ਦੇ ਵਿੱਚ ਰਹਿਣਾ, ਵਚਨ ਜਿੰਨੇ ਵੀ ਆ, ਵਚਨ ਬਾਈਬਲ ਨੂੰ ਪੜ੍ਹੋ, ਨਿਊ ਟੈਸਟਮੈਂਟ ਨੂੰ ਪੜ੍ਹੋ, ਜਿੰਨੀਆਂ ਵੀ ਆਗਿਆਵਾਂ ਪਰਮੇਸ਼ਰ ਨੇ ਤੁਹਾਨੂੰ ਕੰਮ ਕਰਨ ਨੂੰ ਕਹਿੰਦਾ ਆ ਉਹ ਕਰੋ। ਹਾਲੇਲੂਇਆ। ਆਪਣੀ ਜ਼ਿੰਦਗੀ ਦੇ ਵਿੱਚ ਚੇਂਜ ਕਰੋ। ਜਦੋਂ ਤੁਸੀਂ ਪਰਮੇਸ਼ਰ ਦਾ ਵਚਨ ਕਹਿੰਦਾ ਕੀ ਕਰ, ਤੂੰ ਝੂਠ ਨਾ ਬੋਲ, ਤੁਸੀਂ ਆਪਣੇ ਆਪ ਨੂੰ ਚੈੱਕ ਕਰਨਾ ਕਿ ਮੈਂ ਤਾਂ ਝੂਠ ਬੋਲਦਾ ਜਾਂ ਨਹੀਂ ਬੋਲਦਾ। ਚੈੱਕ ਕਰਨਾ ਆਪਣੇ ਆਪ ਨੂੰ। ਅਗਰ ਤੁਸੀਂ ਬੋਲ ਰਹੇ ਆ, ਇਹਦਾ ਮਤਲਬ ਕੀ ਆ, ਤੁਸੀਂ ਆਗਿਆ ਨੂੰ ਤੋੜ ਰਹੇ ਆ। ਫਿਰ ਉਸ ਝੂਠ ਬੋਲਣਾ ਛੱਡ ਕੇ ਪਰਮੇਸ਼ਰ ਦੇ ਵਚਨ ਪੂਰਾ ਕਰੋ। ਜਦੋਂ ਤੁਸੀਂ ਸੱਚ ਬੋਲਣਾ ਸਟਾਰਟ ਕਰੋਗੇ ਤਾਂ ਤੁਹਾਡੇ ਉੱਤੇ ਇੱਕ ਅਭਿਸ਼ੇਕ ਆਏਗਾ। ਕੀ ਆਏਗਾ? ਅਭਿਸ਼ੇਕ, ਸਾਮਰਥ ਆਏਗੀ ਜਦੋਂ ਤੁਸੀਂ ਸੱਚ ਬੋਲਣਾ ਸ਼ੁਰੂ ਕਰੋਗੇ। ਅਗਰ ਤੁਸੀਂ ਹੇਰਾਫੇਰੀ ਦੇ ਵਿੱਚ ਹੈ, ਤੁਹਾਡੇ ਆਪਣੇ ਬਿਜ਼ਨਸ ਦੇ ਵਿੱਚ ਹੇਰਾਫੇਰੀ ਆ ਕਰ ਰਹੇ ਆ, ਜਾਂ ਕਿਸੇ ਇਨਸਾਨ ਦੇ ਨਾਲ ਪੈਸੇ ਦੇ ਵਿੱਚ ਹੇਰਾਫੇਰੀ ਕਰ ਰਹੇ ਆ, ਫਿਰ ਵੀ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਤੋੜ ਰਹੇ ਆ। ਸਾਫ਼ ਤੇ ਪਵਿੱਤਰ ਲਾਈਫ ਜੀਣਾ। ਜਦੋਂ ਅਸੀਂ ਇਹ ਹੇਰਾਫੇਰੀ ਛੱਡ ਕੇ, ਝੂਠ ਬੋਲਣਾ ਛੱਡ ਕੇ, ਨਫ਼ਰਤ ਛੱਡ ਕੇ, ਗੁੱਸਾ ਛੱਡ ਕੇ, ਸਵਾਰਥ ਛੱਡ ਕੇ, ਲਾਲਚ ਛੱਡ ਕੇ ਪਰਮੇਸ਼ਰ ਦੀਆਂ ਸਾਰੀਆਂ ਆਗਿਆਵਾਂ ਨੂੰ ਪੂਰਾ ਕਰਾਂਗੇ, ਸਾਡੀ ਜ਼ਿੰਦਗੀ ਦੇ ਵਿੱਚ ਪਰਮੇਸ਼ਰ ਕੰਮ ਕਰੇਗਾ, ਉਸਦੀ ਸਾਮਰਥ ਸਾਡੀ ਜ਼ਿੰਦਗੀ ਦੇ ਵਿੱਚ ਕੰਮ ਕਰੇਗੀ। ਫਿਰ ਕੀ ਹੋਏਗਾ? ਫਿਰ ਕੀ ਹੋਏਗਾ? ਅੱਗੇ ਪੜ੍ਹਨ ਜਾ ਰਹੇ ਹਾਂ। ਜਦੋਂ ਅਸੀਂ ਇਹਨਾਂ ਕੰਮਾਂ ਨੂੰ ਕਰਾਂਗੇ, ਪਰਮੇਸ਼ਰ ਦੇ ਅਧੀਨ ਹੋ ਜਾਵਾਂਗੇ, ਫਿਰ ਕੀ ਹੋਏਗਾ? परमेश्वर के निकट आओ। 8 आयत की कहती है, परमेश्वर के निकट आओ तो वह भी तुम्हारे निकट आएगा। अपने हाथ शुद्ध करो
और हे दो चित्ते लोगों अपने हृदय को पवित्र करो। हालेलुया। की कहना, परमेश्वर के निकट आओ। परमेश्वर के नजदीक आने का मतलब की आ? परमेश्वर के वचन पूरा करना, जिन्नियां आग्यावां परमेश्वर ने दित्तियां पूरियां करनियां। जदों असीं आग्या पूरी करांगे परमेश्वर के नेड़े आवांगे। मान लो ये परमेश्वर है ते आ एक इंसान है, इस परमेश्वर के नज़दीक आने दे लई आ जो रस्ता आ एक इंसान है एग्जाम्पल के तौर ते मान लो इस इंसान ने परमेश्वर के कोल आना आ ते नज़दीक आना परमेश्वर दे, तां की करना पेगा? रस्ते जो बाट है रस्ते दे विच उसदे विच आग्या परमेश्वर कहता तू इस तरह कर, 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 तां तू मेरे की आएगा, नज़दीक आएगा। हालेलुया। जदों असीं ये जिहड़ा रस्ता आ रस्ता हैगा ये आग्यावां। अगर परमेश्वर के नज़दीक जाना आ, परमेश्वर के अगर तुसीं नज़दीक जाना आ, जिहड़ा रस्ता आ वो रस्ता हैगा आग्यावां नूं पूरा करना। परमेश्वर तक पहुंचने का रस्ता यही आ कि तुसीं उसकी एक एक आग्या नूं पूरा करो। जदों तुसीं पूरा करोगे तां परमेश्वर के नज़दीक आ जाओगे तो परमेश्वर तुहाडे नज़दीक आएगा। हालेलुया। परमेश्वर तक पहुंचने का रस्ता कोई सड़क नहीं हैगी, कोई पौड़ी तुहानूं परमेश्वर के नज़दीक नहीं जा सकती। परमेश्वर का वचन तुहानूं उहदे नज़दीक लैके जाएगा। जदों तुसीं परमेश्वर का वचन पूरा करोगे परमेश्वर के नज़दीक आओगे। हालेलुया। परमेश्वर के निकट आओ तो वह भी तुम्हारे निकट आएगा। हालेलुया। परमेश्वर दे तुसीं नेड़े आओगे परमेश्वर भी तुहाडे नेड़े आएगा। हालेलुया। परमेश्वर तुहाडे नज़दीक आएगा। अगे वचन की कहंदा आ, हे पापियो अपने हाथ शुद्ध करो। असीं अपने हत्थां नूं शुद्ध करना आ। हथ शुद्ध करना मतलब की आ कि जिन्ने असीं हत्थां दे नाल काम करदे आ कि वो साफ हैगे आ, किते ये हथ हेरा फेरी तो नहीं करते कि ये जिहड़े हथ है किसी की चीज़ तो नहीं चुरांदे। अपने हत्थां नूं पवित्र करो, शुद्ध करो। और हे दो चित्ते लोगो, दो चित्ते लोग, मेरे कोल कुछ अंदरों कुछ बाहरों कुछ। मेरे कोल एक इंसान है, मान लो मेरे कोल कुछ है, तुहाडे कोल कुछ है, तीसरे बंदे कोल हो कुछ है, उहदे अंदरों कुछ है, बाहरों कुछ है। दो चित्ते, डबल माइंडेड। हे दो चित्ते लोगो अपने हृदय को पवित्र करो। परमेश्वर की कहना अपने हृदय नूं की करो, पवित्र करो। इहो जिहे लोग भी हैगे आ। असीं किन्हां दे विच आने आ? अगर असीं साडे विच इहो जिहे कोई भी साडे हत्थ शुद्ध नहीं हैगे, असीं अपवित्र है, दो चित्ते हैं, तो अपने आप को की करना? सुधारना है। हालेलुया। दुखी हो और शोक करो और रोवो, तुम्हारी हंसी शोक में और तुम्हारा आनंद उदासी में बदल जाए। प्रभु के सामने दीन बनो तो वह तुम्हें श्रोमणी बनाएगा। हालेलुया। प्रभु के सामने की करना? परमेश्वर के सामने की करना? दीन बनना है। दीन बनना है मतलब उसकी आज्ञा दे विच रहना है, कहने दे विच रहना है। हालेलुया। ये नहीं हो सकता कि तुसीं उसकी आज्ञा पूरा ना करो तो तुसीं अपने आप को समझो मैं तो प्रभु के बहुत अधीन है। नहीं, समझ लो तुसीं बहुत दूर है परमेश्वर तो, उहदे अधीन नहीं हैगे। प्रभु के सामने दीन बनो तो वह तुम्हें श्रोमणी बनाएगा। प्रभु के सामने दीन बनना तां वो सानू उच्चा करेगा। हालेलुया। उच्चा करेगा। हे भाइयों एक दूसरे की बदनामी ना करो, एक दूजे की बदनामी ना करो। बहुत सारे लोग है झूठियां बदनामियां करते रहते हैं। बदनामी करने का मतलब की आ? झूठी किसी के प्रति की करनी? गल्लां करनियां। वो ऐदां दा भावें होवे ही ना, है ना। झूठी किसी की करनी? बदनामी ना करनी। पवित्रताई दे नाल चलना। जदों असीं पवित्रताई दे नाल चलांगे परमेश्वर साडी जिंदगी दे विच की करेगा? आशीष नूं देगा। वचन दी सामर्थ साडी जिंदगी दे विच काम करदी आ। हालेलुया। जदों असीं वचन नूं पूरा करांगे परमेश्वर की सामर्थ साडी जिंदगी दे विच काम करेगी ते सानू आशीषित करेगी, सानू फलवंत करेगी। हालेलुया।